ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਸੰਸਾਰ ਭਰ ਵਿੱਚ ਹੀ ਸੰਗਤਾਂ ਬਹੁਤ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਉੱਤੇ ਕਲਗੀਧਰ ਪਾਤਸ਼ਾਹ ਜੀ ਸੁਭਾਏਮਾਨ ਤਾਂ ਗੁਰੂ ਸਾਹਿਬ ਜੀ ਨੇ ਸਨਮਾਨਯੋਗ ਮਾਤਾ ਸਾਹਿਬ ਕੌਰ ਜੀ ਨੂੰ ਬਚਨ ਕੀਤਾ। ਕਹਿਣ ਲੱਗੇ, ਤੁਸੀਂ ਹੁਣ ਵਾਪਸ ਦਿੱਲੀ ਨੂੰ ਚਲੇ ਜਾਓ, ਕਿਉਂਕਿ ਮਾਤਾ ਸੁੰਦਰ ਕੌਰ ਜੀ ਉੱਥੇ ਸੁਸ਼ੋਭਿਤ ਆ। ਉਹਨਾਂ ਦੇ ਕੋਲ ਜਾ ਕੇ ਭੈਣਾਂ ਦੇ ਵਾਂਗ ਵਿਚਰੋ, ਅਸੀਂ ਹੋਰ ਦੇਸ਼ ਨੂੰ ਜਾ ਰਹੇ ਹਾਂ। ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ, ਹੇ ਕਲਗੀਧਰ ਸੱਚੇ ਪਾਤਸ਼ਾਹ, ਜੇ ਪੰਜਾਬ ਤੋਂ ਇੰਨੀ ਦੂਰ ਤੱਕ ਦੱਖਣ ਦੇ ਇਲਾਕੇ 'ਚ ਹਜ਼ੂਰ ਸਾਹਿਬ ਦੀ ਧਰਤੀ ਤੱਕ ਆਪ ਜੀ ਨੇ ਸਾਨੂੰ ਨਾਲ ਸਾਥ ਦਿੱਤਾ ਹੈ, ਲਿਆਂਦਾ ਹੈ, ਅਤੇ ਕਿਰਪਾ ਕਰੋ ਜਿਹੜੇ ਦੇਸ਼ ਆਪ ਜੀ ਚੱਲੇ ਉੱਥੇ ਸਾਨੂੰ ਵੀ ਲੈ ਚੱਲੋ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ। ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ, ਜਿਹੜੇ ਦੇਸ਼ ਅਸੀਂ ਚੱਲੇ ਹਾਂ ਉਸ ਥਾਂ 'ਤੇ ਇਕੱਲਿਆਂ ਹੀ ਜਾਣ ਦੀ ਮਰਿਆਦਾ ਹੈ, ਕਿਸੇ ਨੂੰ ਨਾਲ ਨਹੀਂ ਲੈ ਕੇ ਜਾਈਦਾ। ਉਸ ਦੇਸ਼ ਜਾਣ ਵਾਸਤੇ ਇਕੱਲਿਆਂ ਦੀ ਮਰਿਆਦਾ ਹੈ। ਮਾਤਾ ਸਾਹਿਬ ਕੌਰ ਜੀ ਸਮਝ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਜਾਪਦਾ ਹੈ। ਸਤਿਗੁਰਾਂ ਨੇ ਇਹ ਬਚਨ ਤਾਂ ਹੀ ਕੀਤੇ ਆ। ਉਸੇ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ। ਸਤਿਗੁਰੂ ਜੀ, ਜਿਵੇਂ ਆਪ ਦੀ ਰਜ਼ਾ, ਜਿਵੇਂ ਆਪ ਜੀ ਦਾ ਹੁਕਮ ਹੈ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਸਿੱਖਾਂ ਦੀ ਨਾਲ ਸੇਵਾ ਲਾਈ। ਮਾਤਾ ਸਾਹਿਬ ਕੌਰ ਜੀ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੋਂ ਦਿੱਲੀ ਤੱਕ ਉਹ ਲੈ ਕੇ ਆਏ। ਉਧਰ ਸਮਾਂ ਆਇਆ, ਕਦੇ ਜਮਸ਼ੇਦ ਖਾਂ ਅਤੇ ਗੁੱਲ ਖਾਂ ਪਠਾਨ, ਜਿਹੜੇ ਸੂਬਾ ਸਰਹੰਦ ਵਜ਼ੀਦ ਖਾਂ ਨੇ ਭੇਜੇ ਸਨ, ਉਹ ਲੋਕ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਬਾਰ 'ਚ ਭੇਸ ਬਦਲ ਕੇ ਸਿੱਖੀ ਦਾ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਆ। ਸਤਿਗੁਰੂ ਜੀ ਜਾਣਦੇ ਨੇ ਇਹ ਕੋਈ ਗੁਰੂ ਕੇ ਸਿੱਖ ਸ਼ਰਧਾਵਾਨ ਨਹੀਂ, ਇਹ ਤਾਂ ਵਿਧ ਇਸ ਢੰਗ ਦੇ ਨਾਲ ਬਣਨੀ ਹੈ ਵੀ ਅਸੀਂ ਇਹ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ, ਸਰੀਰ ਨੂੰ ਓਹਲੇ ਕਰਨਾ ਹੈ। ਮਹਾਰਾਜ ਸਭ ਕੁਝ ਜਾਣਦੇ ਆ, ਪਰ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਕੋਈ ਵੀ ਦੂਸਰਾ ਬਚਨ ਨਹੀਂ ਕੀਤਾ, ਦੁਸ਼ਮਣਾਂ ਵਾਲਾ ਵਤੀਰਾ ਨਹੀਂ ਕੀਤਾ। ਔਰ ਸਮਾਂ ਪਾ ਕੇ ਉਹਨਾਂ ਲੋਕਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਉਹ ਕਟਾਰ ਵੀ ਮਾਰੀ। ਦੂਸਰੀ ਕਟਾਰ ਦਾ ਵਾਰ ਕਰਨ ਤੋਂ ਪਹਿਲਾਂ ਮਹਾਰਾਜ ਜੀ ਨੇ ਆਪਣੇ ਸ਼੍ਰੀ ਸਾਹਿਬ ਜੀ ਦੇ ਨਾਲ ਇੱਕ ਪਠਾਨ ਦਾ ਸਿਰ ਥਾਂ 'ਤੇ ਲਾ ਦਿੱਤਾ। ਦੂਸਰੇ ਨੂੰ ਭੱਜਦੇ ਨੂੰ ਗੁਰੂ ਕੇ ਸਿੱਖਾਂ ਨੇ, ਸਿੱਖ ਸੰਗਤਾਂ ਨੇ ਪਕੜ ਕੇ ਔਰ ਉਸ ਦਾ ਵੀ ਕਲਮਾ ਪੜ੍ਹ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਕੁਝ ਸਮਾਂ ਵੈਦ ਹਕੀਮ ਬੁਲਾ ਕੇ ਜਿਹੜੇ ਜ਼ਖਮ ਸਨ ਮਹਾਰਾਜ ਜੀ ਦੇ, ਉਹ ਤੋਪੇ ਸਿਲਾਈ ਕਰ ਦਿੱਤੇ ਗਏ। ਫਿਰ ਸਮਾਂ ਪਾ ਕੇ ਕੋਈ ਸਿੱਖ ਮਾਈ ਭਾਈ ਨੌਟੰਕੀ ਜਿਹੜਾ ਵੱਡਾ ਤੀਰ ਉਹ ਲੈ ਕੇ ਆਉਂਦਾ ਹੈ, ਮਹਾਰਾਜ ਉਸ ਨੂੰ ਚਲਾਉਂਦੇ ਨੇ। ਜ਼ੋਰ ਦੀ ਜਦੋਂ ਕਮਾਨ ਦੇ ਉੱਤੇ ਚਾੜ ਕੇ ਉਹਨੂੰ ਖਿੱਚਦੇ ਆ ਤੰਦੀ ਦੇ ਕੇ, ਅਤੇ ਪਾਤਸ਼ਾਹ ਜੀ ਦੇ ਸਰੀਰ ਨੂੰ ਜਦੋਂ ਖਿੱਚ ਪੈਂਦੀ ਆ ਅਤੇ ਉਹ ਜ਼ਖਮ, ਉਹ ਸਿਲਾਈ ਕੀਤੇ ਤੋਪੇ ਉਖੜ ਜਾਂਦੇ ਆ। ਮਹਾਰਾਜ ਜੀ ਦੇ ਸੀਨੇ ਵਿੱਚੋਂ ਖੂਨ ਵਗਦਾ ਹੈ। ਗੁਰੂ ਕੇ ਸਿੱਖ ਦੇਖ ਕੇ ਹੈਰਾਨ ਹੋ ਜਾਂਦੇ ਆ ਵੀ ਇਹ ਕੀ ਭਾਣਾ ਬਣ ਰਿਹਾ ਹੈ। ਵੈਦ ਹਕੀਮ ਜ਼ਰਾ ਉਹਨੂੰ ਬੁਲਾਇਆ, ਉਹਨੇ ਆਣ ਕੇ ਤੋਪੇ ਸਿਲਾਈ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕੋਈ ਵੀ ਜਿਹੜਾ ਇਹ ਇਲਾਜ ਦਾ ਯਤਨ ਸੀ ਸਫਲ ਨਹੀਂ ਸੀ ਹੋ ਰਿਹਾ।
ਦਸ਼ਮੇਸ਼ ਪਾਤਸ਼ਾਹ ਜੀ ਦਾ ਖੂਨ ਵਗਣੋਂ ਬੰਦ ਨਹੀਂ ਸੀ ਹੋ ਰਿਹਾ। ਸਿੱਖ ਸੰਗਤਾਂ ਵਿੱਚ ਘਬਰਾਹਟ ਪੈਦਾ ਹੋਈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਗੁਰੂ ਕੇ ਸਿੱਖੋ, ਇਹ ਖੂਨ ਵਹਿਣੋਂ ਰੁਕੇਗਾ ਨਹੀਂ। ਇਹ ਹੁਣ ਅਕਾਲ ਪੁਰਖ ਪਰਮੇਸ਼ਰ ਵੱਲੋਂ ਸਾਨੂੰ ਸੱਦਾ ਆ ਗਿਆ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਹੈ, ਗੁਰੂ ਕੇ ਸਿੱਖੋ, ਤੁਸੀਂ ਆਪਣੇ ਮਨ ਵਿੱਚ ਬਹੁਤਾ ਵੈਰਾਗ ਨਹੀਂ ਕਰਨਾ। ਇਹ ਜਿਹੜਾ ਸਾਡਾ ਜੀਵਨ ਆ, ਚੱਲਦੀ ਹੋਈ ਨਦੀ ਦੇ ਵਾਂਗ ਆ। ਜਿਵੇਂ ਪਾਣੀ ਵਹਿੰਦਾ ਹੈ ਤੇ ਪਾਣੀ ਤੁਰਿਆ ਹੀ ਜਾਂਦਾ ਹੈ, ਲਹਿੰਦੇ ਵਾਲੇ ਨਿਵਾਣ ਵਾਲੇ ਪਾਸੇ ਪਾਣੀ ਦਾ ਪ੍ਰਵਾਹ ਸਦਾ ਹੀ ਚੱਲਦਾ ਰਹਿੰਦਾ ਹੈ। ਇਹ ਜਿਹੜੇ ਪਰਮੇਸ਼ਰ ਨੇ ਸਰੀਰ ਬਣਾਏ ਆ, ਸਮਾਂ ਪਾ ਕੇ ਬਿਨਸ ਜਾਂਦੇ ਆ, ਪਰ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ, ਉਹ ਇਹੋ ਜਿਹੇ ਕਰਨੀ ਨਾਮੇ ਕਰ ਜਾਂਦੇ ਆ। ਸੰਸਾਰ ਦੇ ਜੀਵ ਸਦਾ ਉਹਨਾਂ ਨੂੰ ਯਾਦ ਕਰਦੇ ਆ। ਸਿੱਖਾਂ ਨੇ ਆਖਿਆ, ਮਹਾਰਾਜ ਫਿਰ ਇਹ ਕਿਵੇਂ ਬਣੇਗਾ? ਅਸੀਂ ਕਿਸ ਦੇ ਲੜ ਲੱਗਾਂਗੇ? ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਲੜ ਲਾ ਕੇ ਗਏ। ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਲੜ ਲਾ ਕੇ ਗਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਲੜ ਲਾਇਆ। ਇਸੇ ਤਰ੍ਹਾਂ ਸੀਨਾ ਬਸੀਨਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਦਾਤ ਆਈ ਆ। ਤੇ ਸੱਚੇ ਪਾਤਸ਼ਾਹ ਜੀ, ਫਿਰ ਹੁਣ ਸਾਡਾ ਗੁਰੂ ਕੌਣ ਹੋਵੇਗਾ? ਵੇਖੋ 42 ਸਾਲ ਦੀ ਆਜੂ ਆ ਲਗਭਗ, ਤੇ ਇਸ ਆਜੂ ਦੇ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚੋਂ 5 ਭੂਤਕ ਸਰੀਰ ਨੂੰ ਤਿਆਗਣ ਲੱਗੇ ਆ। ਸਿੱਖ ਵੈਰਾਗ ਦੇ ਵਿੱਚ ਆ, ਬੜੀ ਬੇਬਲਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਸੰਸਾਰਿਕ ਜੀਵਾਂ ਦੀ ਕਲਿਆਣ ਕਿਵੇਂ ਹੋਵੇਗੀ? ਤੁਹਾਡੇ ਦਰਸ਼ਨ ਪਰਸ਼ਨ ਕਰਦੇ ਆ ਤੇ ਬੜੀ ਸਿੱਖਾਂ ਵਿੱਚ ਚੜ੍ਹਦੀ ਕਲਾ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਸਿੱਖੋ, ਕਿਸੇ ਗੱਲ ਤੋਂ ਘਬਰਾਓ ਨਾ। ਅਗਲਾ ਦਿਨ ਹੋਇਆ, ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਆਪ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੱਥਾ ਟੇਕਿਆ। ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿੱਛੇ ਇੰਨੀ ਵੱਡੀ ਫੌਜ ਲੱਗੀ ਰਹੀ, 10 ਲੱਖ ਫੌਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਝੁਕਾ ਨਾ ਸਕੀ। ਅੱਜ ਉਹ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਸਾਹਿਬੇ ਕਮਾਲ, ਸਰਬੰਸ ਦਾਨੀ, ਚੋਜੀ ਪ੍ਰੀਤਮ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹਨੂੰ ਕੋਈ ਝੁਕਾ ਨਹੀਂ ਸਕਿਆ, ਅੱਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰ ਖੜੇ ਹੋਏ, ਹੱਥ ਜੋੜ ਕੇ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਆ। ਸੰਗਤ ਸਨਮੁਖ ਦੇਖਦੀ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਸੰਗਤ ਨੂੰ ਹੁਕਮ ਕੀਤਾ, ਜਿਹੜਾ ਰੋਜ਼ ਆਪਾਂ ਇਹ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬੰਸਾਵਲੀ ਨਾਮਾ ਵੀ ਲਿਖਦਾ, ਮਮ ਬਾਤ ਸਭ ਹੀ ਸੁਨੋ, ਸਤ ਬਾਤ ਨਿਰਧਾਰ, ਗ੍ਰੰਥ ਗੁਰੂ ਸਭ ਮਾਨਿਓ, ਭੇਦ ਨਾ ਕੋ ਵਿਚਾਰ। ਦਸ਼ਮੇਸ਼ ਪਾਤਸ਼ਾਹ ਜੀ ਨੇ ਆਖਿਆ, ਗੁਰੂ ਕੀ ਸੰਗਤ, ਇਸ ਮੇਰੀ ਬਾਤ, ਇਸ ਮੇਰੀ ਗੱਲ ਨੂੰ ਸੱਚੀ ਕਰਕੇ ਮੰਨਿਓ। ਰਤਾ ਵੀ ਕਿਸੇ ਗੱਲ ਦਾ ਭੇਦ ਨਹੀਂ ਜਾਣਨਾ, ਮਮ ਬਤੂ ਸਮ ਜਾਣਿਓ। ਮੇਰੀ ਇਸ ਗੱਲ ਨੂੰ ਸਤ ਬਚਨ ਕਹਿ ਕੇ ਮੰਨਿਓ ਕਿ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਉਸ ਅਕਾਲ ਪੁਰਖ ਪਰਮਾਤਮਾ ਦਾ ਪ੍ਰਤੱਖ ਸਰੂਪ ਆ, ਜਿਸ ਨੇ ਸਾਡੇ ਦਰਸ਼ਨ ਕਰਨੇ ਆ। ਉਹ ਕਹਿਣ ਲੱਗੇ, ਜਦੋਂ 5 ਪਿਆਰੇ ਸਾਹਿਬਾਨ ਤਿਆਰ ਬਰ ਤਿਆਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸੱਜਦੇ ਆ,
ਉਹਨਾਂ ਦੇ ਦਰਸ਼ਨ ਕਰੋਗੇ। ਆਤਮਾ ਗ੍ਰੰਥ ਵਿੱਚ ਆ, ਸਰੀਰ ਪੰਥ ਵਿੱਚ ਆ, ਤੋ ਗੁਰੂ ਮਹਾਰਾਜ ਜੀ ਦੀ ਤਾਬਿਆ ਤੁਹਾਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਪ੍ਰਤੱਖ ਦਰਸ਼ਨ ਹੋਵੇਗਾ। ਔਰ ਉਸ ਵੇਲੇ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੀਸ ਨਵਾਇਆ, ਮੱਥਾ ਟੇਕਿਆ, ਤੇ ਸਾਰੀ ਸੰਗਤ ਮਾਈ ਭਾਈ ਨੂੰ ਸਤਿਗੁਰੂ ਮਹਾਰਾਜ ਜੀ ਨੇ ਇਹੀ ਉਪਦੇਸ਼ ਕੀਤਾ ਕਿ ਭਾਈ ਸਰੀਰ ਆਉਂਦੇ ਨੇ ਤੇ ਚਲੇ ਜਾਂਦੇ ਆ, ਖੂਹ ਦੀਆਂ ਟਿੰਡਾਂ ਦੇ ਵਾਂਗ ਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭਾਤੀ ਰਾਗ ਵਿੱਚ ਇੱਕ ਬਚਨ ਲਿਖਿਆ ਹੈ ਕਿ ਇਹ ਸੰਸਾਰ ਜਿਹੜਾ, ਇਹਦੇ ਉੱਤੇ ਖੂਹ ਆ ਤੇ ਖੂਹ ਵਿੱਚ ਟਿੰਡਾਂ ਨੇ, ਹੇਠਾਂ ਜਾਣ ਵਾਲੀ ਟਿੰਡ ਖਾਲੀ ਹੋ ਕੇ ਜਾਂਦੀ ਹੈ, ਜਿਹੜੀ ਉੱਪਰ ਆਉਂਦੀ ਪਾਣੀ ਭਰ ਕੇ ਲੈ ਕੇ ਆਉਂਦੀ ਆ। ਜੈਸੇ ਹਰਟ ਕੀ ਮਾਲਾ टिंड लगता है, एक सखनी होर फेर भरियत है, तैसो ये खेल खसम का, ज्यों उसकी वਡਿਆਈ। त्यों ही परमात्मा ने संसार की रचना बनाई है। कोई आउंदा है, कोई संसार तो चले जाता है, को मूआ खा के कर गावन, को रोवे को हस हस पावन, जाल बधे सब ही मृत के, को राम रसूल न बाचन पाए, दानव देव फनिंद धरा धर, भूत भविख उपाय मिटाए, अंत मरे पछताए पृथ्वी पर, जा जग में अवतार कहाए। ये संसार ते भावें कोई दैत, भावें कोई देवता, जैसा भी मनुख, भावें कोई अवतार है, कोई संत है, कोई निंदक है, सारे काल दे वस विच आ। राम गयो रावण गयो, जाको बहु परवार, कहो नानक थिर कछ नहीं, सुपने ज्यों संसार। कलगीधर पातशाह धन श्री गुरु गोबिंद सिंह जी महाराज जी ने सारी संगत दे नाल इन्हां बचनां दी सांझ पाई। आख्या गुरु के सिखो, जो भी तुहाडा कर्म होवेगा, हर कर्म आरंभ करन तो पहला गुरु ग्रंथ साहब जी महाराज जी दे चरनां विच आण के अरदास करिओ। तुहाडे सारे कारज गुरु ग्रंथ साहब जी महाराज जी रास करनगे। तुहाडी हर गल दा जवाब गुरु ग्रंथ साहब जी महाराज तुहानूं प्रतੱਖ देणगे। ये सच्ची गल आ। मम बात सब ही सुनो, सत बात निर्धार, ग्रंथ गुरु सम मानियो, भेद न को विचार। गुरु ग्रंथ कालयुग भयो, श्री गुरु रूप महान, 10 पातशाहियां रूप ए गुरु ग्रंथ जी जान। गुरु दर्श जे देखना, श्री ग्रंथ दर्शाए, बात करन गुरु जो चाहे, पढ़े ग्रंथ मन लाए। जिन्हां ने भी गुरु गोबिंद सिंह जी महाराज जी दे नाल गल्लां करनियां, भाई गुरु ग्रंथ साहब की बाणी नूं पढ़िओ। गुरु ग्रंथ साहब की बाणी नूं सुनोगे, तुहानूं दशमेश पातशाह धन गुरु गोबिंद सिंह जी महाराज उन्हां दी विचारधारा दा प्रतੱਖ दर्शन हो जाएगा। दशमेश पातशाह महाराज जी ने आखिया, हुण भाई साडी चिखा तैयार की जाए। घोड़ा तैयार किया सच्चे पातशाह महाराज जी, उस घोड़े उत्ते सवार हुंदे आ। आख्या भाई किसी ने मड़ी नहीं फुल्लनी, असीं अपने अंदरों ही अग्नि प्रगट करांगे। और सतगुरु महाराज जी घोड़े उत्ते सवार हुंदे आ, तंबू विच जांदे आ, वाहिगुरु अकाल पुरख परमेश्वर दे विच लीन हो जांदे आ। और बाकी संगत नूं उथों दियां सथानक जिहड़े गुरमुख माई भाई उन्हां प्रतੱਖ दस्सिया कि दशमेश पातशाह महाराज हाज़र नाज़र आ। क्योंकि उस वेले जिहड़ा बाणी दा हुक्मनामा आया, ਉਹਦੇ बचन ਇਹ सन मारू महला पंजवा, खुलिया करम कृपा भई ठाकुर, कीर्तन हर हर गाई, श्रम थाका पाए विश्रामा, मिट गई सगली ताई।
अब मोहे जीवन पदवी पाई, चीत आयो मन पुरख विधाता संतन की शरणाई। है हजूर हाजिर है नाजिर, कतै न पयो दूर आई। धन गुरु ग्रंथ साहब जी महाराज जी हुक्मनामे दे राही बोले। सारी संगत नूं प्रतੱਖ दृश नज़र आ गया कि धन गुरु गोबिंद सिंह जी महाराज किते भी नहीं गए। अज भी सतगुरां दी जोत प्रतੱਖ आ। गुरु गोबिंद सिंह जी महाराज अज भी हाजिर नाजिर आ। फिर सारिया संगतां ने गुरु गोबिंद सिंह जी महाराज जी दे बचनां नूं अपने हिरदे विच वसाया और बाणी नाल जुड़े। अगों अपने परिवारां नूं भी गुरु के महान गुरसिखां ने बाणी दे नाल जोड़िया। सो अज दशमेश पातशाह धन गुरु गोबिंद सिंह जी महाराज जी दे ज्योति जोत समाउण दा दिहाड़ा जो सचखंड श्री हरमंदर साहिब हजूर साहब जी की धरती उत्ते गुरु की सिख संगतां ने मनाया। वेखो 42 साल की उम्र आ। इस उम्र दे सच्चे पातशाह जी महान कारनामे कीते आ। ताई भाई संतोख सिंह जी ने लिखिया है, छाए जाति एकता अनेकता बिलाए जाति, होवती कुचीलता कतेबन कुरान की, धर्म तसक जाते पापन परपक जाते, वर्ण घरक जाते साहित्य विधान की। देवी देव दोहरे संतोख सिंगा चूर होते, कथा मिट जाती सब वेदन पुराण की। श्री गुरु गोबिंद सिंह पवन पावन सूर, मूर्त न होती जो पै करना निदान की। ये कलगीधर पातशाह जी ने बख्शिशां कीतियां ने। अज मंदिरां विच टल खड़कदे आ। अज हर मनुख जे सही सलामत आ, ये कलगीधर पातशाह धन गुरु गोबिंद सिंह जी महाराज जी दी रहमतां ने, जिन्हां ने अपने चारे साहिबजादे कुर्बान कीते देश कौम दे वास्ते, अपना परिवार अपना सरबंस सवारिया। ये कलगीधर पातशाह गुरु गोबिंद सिंह जी महाराज जी की देन आ। भारत वासी करजाई ने धन गुरु गोबिंद सिंह जी महाराज जी दे ਜਿਹੜੇ ਅੱਜ इस ਭਾਰਤ ਵਿੱਚ ਰਾਜ ਭਾਗ ਭੋਗ ਰਹੇ ਆ, ਇਹ ਬਦੌਲਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ। ਸੋ ਪਾਤਸ਼ਾਹ ਜੀ ਕਿਰਪਾ ਕਰਨ। ਇਹ ਦਸ਼ਮੇਸ਼ ਪਾਤਸ਼ਾਹ ਜੀ ਦੇ ਅੱਜ ਜੋਤੀ ਜੋ ਸਮਾਉਣ ਦਾ ਪੁਰਬ ਸੀ। ਇਸ ਸਮੇਂ ਇਹ ਵਿਚਾਰ ਕਰਨੇ ਜ਼ਰੂਰੀ ਸਨ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ। ਜੋ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਆ, आप जी ने आनंद साहब जी की बाणी के विचों 8 पौड़ियाँ पिछले हफ्तियां दौरान सरवण कीतियां ने। और पौड़ी नंबर 9 जो तीसरे पातशाह धन श्री गुरु अमरदास महाराज जी की उचारण की हुई आ। इस बाणी की विचार नाल जुड़दिया होया एक बारी मुख नूं करो पवित्र ते सारी संगत उचारण करो जी। सतनाम श्री वाहिगुरु साहिब जी। फिर आखो जी सतनाम श्री वाहिगुरु साहिब जी। आवो संत प्यारे हो अकथ की करह कहानी, करह कहानी अकथ केरी के तु द्वारे पाई है। तन मन धन सब सौंप गुरु को, हुक्म मनिया पाई है। हुक्म मनिहो गुरु केरा, गावो सच्ची बाणी। कह नानक सुनो संत हो, कथे हो अकथ कहानी। कह नानक सुनो संत हो, कथे हो अकथ कहानी। गुरु की संगत धन श्री गुरु अमरदास साहब जी बचन करते ने, हे संत प्यारियो रब दे सतसंगी जनों, आओ ते मिल के उस अकाल पुरख परमात्मा की सिफत सलाह करिए जिहड़ा अकथ है, जिहड़ा कथिया नहीं जा सकता, जिसका कोई अंत नहीं पाया जा सकता। जदों आपां सतगुरां दी बाणी पढ़दे हां ਤਾਂ ਕਿਧਰੇ गुरु नानक साहब जी श्री राग विच बचन करते ने, आवो भैणे गल मिले
ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਜਿਵੇਂ ਦੋ ਭੈਣਾਂ ਆਪਸ ਵਿੱਚ ਮਿਲਦੀਆਂ ਨੇ, ਸਹੇਲੀਆਂ ਆਪਸ ਵਿੱਚ ਮਿਲਦੀਆਂ ਨੇ, ਇੱਕ ਦੂਸਰੇ ਦੇ ਅੰਗਾਂ ਵਿੱਚ ਸਮਾ ਜਾਂਦੀਆਂ ਨੇ। ਹੇ ਸਤਸੰਗੀ ਮਾਈ ਭਾਈ ਰੱਬ ਦੇ ਪਿਆਰਿਓ, ਆਓ ਮਿਲ ਕੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਏ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਆਵਾਜ਼ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਸੱਚੀ ਬਾਣੀ ਨੂੰ ਗਾਈਏ ਜਿਸ ਨੂੰ ਗਾਉਣ ਦੇ ਨਾਲ ਸਾਡਾ ਭਲਾ ਹੀ ਹੋਣਾ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਹੇ ਭਾਈ, ਉਸ ਪ੍ਰਭੂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦਾ ਬਹੁਤ ਸੋਹਣਾ ਸ਼ਬਦ ਇਹ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਇਹਨੂੰ ਤੁਸੀਂ ਪੜ੍ਹਦੇ ਰਹਿਣਾ, ਸੁਣਦੇ ਰਹਿਣਾ, ਇਹਨੂੰ ਗਾਉਣਾ ਹੈ, ਆਪਣੇ ਹਿਰਦੇ ਵਿੱਚ ਵਸਾਉਣਾ ਹੋਵੇਗਾ ਕਿ ਪੂਰਾ ਸਤਿਗੁਰੂ ਸਾਡੀ ਰੱਖਿਆ ਕਰੇਗਾ, ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਾਏਗਾ, ਸਾਨੂੰ ਜਮਾਂ ਦੀ ਮਾਰ ਤੋਂ ਬਚਾਏਗਾ। ਤੋ ਮਹਾਰਾਜ ਬੜੇ ਪਿਆਰ ਦੇ ਨਾਲ ਆਵਾਜ਼ ਮਾਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਗੁਰ ਸਿੱਖ ਪਿਆਰਿਆ, ਆ ਮਿਲ ਕੇ ਤੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਦੁਨੀਆ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸੰਸਾਰੀ ਗੱਲਾਂ ਤੇ ਨਿੰਦਿਆ ਚੁਗਲੀ ਵਿੱਚ ਮਸਤ ਹੋ ਜਾਂਦੇ ਆ। ਤਾਸ਼ ਖੇਡਦਿਆਂ ਖੇਡਦਿਆਂ ਬਹੁਤ ਸਾਰਾ ਸਮਾਂ ਉਹ ਇਹਨਾਂ ਹੇਰਾ ਫੇਰੀਆਂ ਵਿੱਚ ਲਗਾ ਦਿੰਦੇ ਆ। ਉਹਨਾਂ ਦਾ ਉਹ ਸਮਾਂ ਕਿਸੇ ਕੰਮ ਨਹੀਂ ਆਉਂਦਾ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਸੁਚੇਤ ਕਰਦੇ ਆ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਮਾਂ ਗਵਾਉਂਦੇ ਨਹੀਂ, ਉਹ ਬਾਣੀ ਨੂੰ ਪੜ੍ਹ ਸੁਣ ਕੇ ਸਮੇਂ ਨੂੰ ਸਫਲ ਬਣਾਉਂਦੇ ਆ। ਕਿਉਂਕਿ ਸਮਾਂ ਸਾਨੂੰ ਆਪੇ ਹੀ ਪਾਸ ਕਰ ਜਾਂਦਾ, ਪਤਾ ਹੀ ਨਹੀਂ ਲੱਗਦਾ ਕਦੋਂ ਸਾਡਾ ਬਚਪਨ ਲੰਘ ਗਿਆ। ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ। ਐ ਮੌਲਾ ਤੇਰੀ ਦੁਨੀਆ ਮੁਕਾਮੇ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ। ਜੋ ਜਾ ਕੇ ਨਾ ਆਏ वो जवानी देखी, जो आके ना जाए वो बुढ़ापा देखा। ਜਿਹੜਾ ਸਮਾਂ ਇੱਕ ਵਾਰੀ ਲੰਘ ਜਾਏ ਉਹ ਦੁਬਾਰਾ ਹੱਥ ਵਿੱਚ ਨਹੀਂ ਆਉਂਦਾ। ਤਾਂ ਗੁਰੂ ਸਾਹਿਬ ਜੀ ਸਾਡਾ ਭਲਾ ਕਰਦੇ ਆ। ਜਿਵੇਂ ਸਿਆਣੇ ਮਾਂ ਬਾਪ ਆਪਣੇ ਬੱਚੇ ਨੂੰ ਸਿਖਾਉਂਦੇ ਨੇ ਕਿ ਬੇਟਾ ਪੜ੍ਹ ਲਿਖ, ਜ਼ਿੰਦਗੀ ਵਿੱਚ ਸਫਲ ਹੋ ਜਾਏਗਾ, ਕਾਮਯਾਬ ਹੋ ਜਾਏਗਾ। ਤਿਵੇਂ ਗੁਰੂ ਅਮਰਦਾਸ ਸਾਹਿਬ ਜੀ ਸਾਡਾ ਭਲਾ ਕਰਦੇ ਆ ਕੁੱਲ ਸੰਸਾਰ ਦਾ ਕਿ ਹੇ ਸਤਸੰਗੀ ਜਨੋ, ਰੱਬ ਦੇ ਪਿਆਰਿਓ, ਭਾਵੇਂ ਇਹਦੇ ਵਿੱਚ ਕੋਈ ਭੈਣ ਹੋਵੇ, ਕੋਈ ਭਰਾ ਹੋਵੇ, ਇਸਤਰੀ ਹੋਵੇ, ਕੋਈ ਪੁਰਸ਼ ਹੋਵੇ, ਕਿਸੇ ਧਰਮ ਦਾ ਕੋਈ ਵੀ ਬੰਦਾ ਹੋਵੇ, ਇਕੱਲਿਆਂ ਸਿੱਖ ਵਾਸਤੇ ਹੀ ਨਹੀਂ, ਮਹਾਰਾਜ ਸਾਰੇ ਸੰਸਾਰ ਦੇ ਜੀਵਾਂ ਦਾ ਹੀ ਭਲਾ ਕਰਦੇ ਆ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਸਾਰੇ ਸੰਸਾਰ ਵਾਸਤੇ ਸਤਿਗੁਰਾਂ ਦੀ ਸਿੱਖਿਆ ਸਾਂਝਾ ਉਪਦੇਸ਼ ਆ। ਇਹ ਰੱਬ ਦੇ ਪਿਆਰਿਓ, ਉਹ ਪਰਮਾਤਮਾ ਹੈ ਤੇ ਅਕਥ ਹੈ, ਤੇ ਉਸ ਅਕਥ ਦੀ ਆਪਾਂ ਸਿਫਤ ਤੇ ਸਲਾਹ ਕਰੀਏ, ਉਹਦੀਆਂ ਕਹਾਣੀਆਂ ਪਾਈਏ। ਜਿਹਦੇ ਨਾਲ ਪਿਆਰ ਹੋਵੇ ਉਹਦੀਆਂ ਗੱਲਾਂ ਚੇਤੇ ਕੀਤੀਆਂ ਜਾਂਦੀਆਂ ਨੇ, ਉਹਨੂੰ ਯਾਦ ਕੀਤਾ ਜਾਂਦਾ ਹੈ। ਰੱਬ ਨੂੰ ਯਾਦ ਕਰੋਗੇ ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ। ਕਿਉਂਕਿ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਹਉਮੈ ਦੇ ਬਣੇ ਹੋਏ ਫੈਲ ਗੁਬਾਰ ਖਤਮ ਹੋ ਜਾਣਗੇ ਜੇ ਅਸੀਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂਗੇ, ਉਹਦੀ ਸਿਫਤ ਤੇ ਸਲਾਹ ਕਰਾਂਗੇ। ਤੋ ਮਹਾਰਾਜ ਇੱਥੇ ਬਚਨ ਕਰਦੇ ਨੇ, ਹੇ ਪਿਆਰੇ ਸੰਤ ਜਨੋ, ਆਓ ਅਸੀਂ ਰਲ ਕੇ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰੀਏ।
उस प्रभु दियां कहानियां सुनीए ते सुनाइए जिस दे गुण बयान तो परे आ, क्योंकि परमात्मा दे गुण परे तो परे आ। मालिक इन्नी वड्डी समर्था वाला इस धरती दे हेठ पानी ही पानी आ, जिस परमात्मा ने इस धरती नूं नाम दे आसरे टिकाया। हे भाई उस रब की सिफत ते सलाह करिए, उन्होंने चेते करिए। फिर बचन करते ने अगली तुक दे अंदर, करै कहानी अकथ केरी कित द्वारे पाईए। एक सवाल महाराज जी ने आप ही इस तुक दे विच बाणी विच कीता है कि फिर ये सवाल करते ने भी जे तुसीं पुछो कि वो प्रभु किस तरीके नाल मिलदा है, ये सवाल है। करह कहानी अकथ केरी, जिहड़ा वाहिगुरू अकथ है, जग्यासू सवाल करदा है, फिर उस अकथ नूं किवें पाया जाए, उन्हों प्राप्त किवें कीता जाए। कित द्वारे पाईए, वो किहड़ा दरवाजा है जिस दरवाजे दे राहीं उस मालिक नूं पाया जाए, उहदे नाल मिलाप हासिल कीता जाए। ते अगों उत्तरे मिलदा है, तन मन धन सब सौंप गुरु को हुक्म मन्निए पाईए। ये जिहड़ा साडा तन है, जिहड़ा मन है ते धन आ, ये सारा कुछ गुरु दे हवाले करिए, उहदे हुक्म नूं सत बचन कह के मन्नीए। यही जवाब मिलता है। अपना आप माया दे हवाले करन दे थां अपना तन मन ते धन सारा कुछ सतगुरु दे हवाले करो। इस तरह जे गुरु दा हुक्म मिठा लगन लग पए ते परमात्मा मिल पैंदा है। भाई लैणा साहब उन्हां दा गुर इतिहास साडे सामने आ, किवें गुरु नानक साहब जी महाराज जी की संगत च जाते आ ते महाराज कदे वचन करते आ, भाई लैणा जी मेरी मुठ विच की आ। और उस वेले बाकी गुरु सपुत्रा ने भी आखिया महाराज तुहाडी मुठ विच एक पैसा ही ते है। इस तरह बाकी सिखां नूं पुछया, उन्हां भी आखिया महाराज तुहाडी मुठ विच पैसा ही ते है, होर की है, तुसीं साडे सामने ही पकड़िया। जदों वारी आई भाई लैणा साहब दी, आख्या महाराज तुहाडी मुठ दे विच मैनूं इउं नज़र आउंदा है, ये समुचा मात लोक पताल लोक आकाश लोक सारा संसार ही तुहाडी मुठ विच आ। हे धन गुरु नानक साहब जी महाराज, तुसीं दीन दुनिया दे मालिक जे, तुहाडे हाथ विच ही ये सारा संसार, ये तुहाडे हुक्म दे विच ही आ। तुहाडे बचन ने हुक्म है अंदर सब को, बाहर हुक्म ना कोई। नानक हुक्म है जे बुझै, ता हुमै कहे ना कोई। धन गुरु नानक साहब जी महाराज तुहाडा सेवक की दस सकदा है। पातशाह जी तुहाडे हथ विच मैनूं ते सारा संसार ही नज़र आउंदा है। गुरु नानक साहब जी महाराज दे हजूर जे हुक्म नूं बुझिया ते भाई लैणा साहब जी ने बुझिया है। इस करके महाराज इत्थे बचन करते ने, तन मन धन सब सौंप गुरु को हुक्म मन्निया पाईए। बई गुरु दा हुक्म मन्नांगे तां ही वाहिगुरू अकाल पुरख परमात्मा दी मिलाप वाली दात, वो अवस्था जिहड़ी है सानू संसार के जीवां नूं हासिल हो सकती है। होर भी उत्थे मौजूद सन, पर जिन्हें हुक्म मन्निया गुरु नानक साहब जी दे घर विचों उन्हां नूं फिर ये दात प्राप्त होई आ। जिहड़े गुरु दी रजा गुरु दे हुक्म नूं सत बचन कह के मनदे आ। तो इत्थे पातशाह जी बचन करते ने, हुक्म मन्निहो गुरु केरा गावो सच्ची बाणी। हे भाई संत जनो गुरु दे हुक्म उत्ते तुरो ते सदा कायम रहन वाले प्रभु की सिफत सलाह की बाणी गाया करो। इस मालिक की बाणी नूं पढ़िया करो, सुनिया करो, गाया करो।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ, ਹੇ ਸੰਤ ਜਨੋ ਸੁਣੋ, ਉਸ ਨੂੰ ਮਿਲਣ ਦਾ ਅਤੇ ਆਤਮਿਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ ਉਸ ਅਕਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ, ਉਹਨੂੰ ਯਾਦ ਕਰੋ। ਆਤਮਿਕ ਆਨੰਦ ਦੇ ਦਾਤੇ ਪਰਮਾਤਮਾ ਦੇ ਮਿਲਾਪ ਦਾ ਇੱਕੋ ਇੱਕ ਰਸਤਾ ਹੈ, ਉਹ ਇਹ ਹੈ ਕਿ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇ। ਬਸ ਗੁਰੂ ਦੇ ਦੱਸੇ ਰਸਤੇ ਉੱਤੇ ਤੁਰੇ ਅਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹੇ, ਅੰਦਰ ਆਨੰਦ ਹੀ ਆਨੰਦ ਬਣਿਆ ਰਹੇਗਾ। ਕਿਉਂਕਿ ਦੁਨਿਆਵੀ ਜਿਹੜੇ ਸੁੱਖਾਂ ਦੇ ਵਿੱਚੋਂ ਅਸੀਂ ਆਨੰਦ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਉੱਥੋਂ ਸੁੱਖ ਨਹੀਂ ਪ੍ਰਾਪਤ ਹੋਵੇਗਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਟ ਨਾਚੇ। ਜਿੰਨੇ ਮਰਜ਼ੀ ਨਾਟਕ ਚਾਟਕ ਦੇਖ ਲਵੇ, ਅੰਦਰ ਆਤਮਾ ਨੂੰ ਸੁੱਖ ਨਹੀਂ ਮਿਲੇਗਾ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਕਿੰਨਿਆਂ ਦੇਸ਼ਾਂ ਵਿੱਚ ਜਾ ਕੇ ਧਨ ਕਮਾ ਲਵੇ, ਮਾਇਆ ਇਕੱਤਰ ਕਰ ਲਵੇ, ਅੰਦਰਲਾ ਸੁੱਖ ਜਿਹੜਾ ਆਨੰਦ ਹੈ ਉਹ ਪ੍ਰਾਪਤ ਨਹੀਂ ਹੋਵੇਗਾ। ਸਰਬ ਸੁੱਖਾਂ ਹਰ ਹਰ ਗੁਣ ਗਾਏ, ਜਿਹੜੇ ਸਾਰੇ ਸੁੱਖ ਆ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਵਿੱਚ ਹੀ ਆ। ਮਹਾਰਾਜ ਜੀ ਸਾਨੂੰ ਉਪਦੇਸ਼ ਕਰਦੇ ਆ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਐ ਮੇਰੇ ਮਨਾ, ਤੂੰ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ, ਉਹਦੀ ਬੰਦਗੀ ਕਰ ਬੰਦੇ ਤੂੰ ਬੰਦਗੀ। ਜਿਸ ਚਿਰ ਘਟ ਮੈਂ ਸਾਹ, ਜਿੰਨਾ ਚਿਰ ਤੱਕ ਵਾਹਿਗੁਰੂ ਨੇ ਸਵਾਸ ਬਖਸ਼ਿਸ਼ ਕੀਤੇ ਆ, ਰੱਬ ਦੇ ਘਰ ਦੀ ਸਿਫਤ ਸਲਾਹ, ਉਹਦਾ ਧੰਨਵਾਦ, ਉਹਦਾ ਸ਼ੁਕਰਾਨਾ ਕਰ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਬਾਰ ਬਾਰ ਸਤਿਗੁਰਾਂ ਨੇ ਸਾਨੂੰ ਪ੍ਰੇਰਨਾ ਕੀਤੀ ਆ। ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਪਾਤਸ਼ਾਹ ਜੀ, ਮੇਰਾ ਤੇ ਸਰੀਰ ਵੀ ਆਪਣਾ ਨਹੀਂ, ਇਹ ਘਰ ਬਾਰ ਜ਼ਮੀਨ ਜਾਇਦਾਦ ਇਹ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਸਤਿਗੁਰੂ ਦੇ ਹੁਕਮ ਨੂੰ ਮੰਨਿਆ, ਉਹਨਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ ਕਰਕੇ ਇਹ ਅਰਦਾਸ ਕੀਤੀ ਆ, ਹਮਸਰ ਦੀਨ, ਵਾਹਿਗੁਰੂ ਜੀ ਮੇਰੇ ਵਰਗਾ ਗਰੀਬ ਨਿਮਾਣਾ ਕੋਈ ਨਹੀਂ, ਤੇ ਤੁਮ ਸਰ ਦਇਆਲ, ਤੇਰੇ ਵਰਗਾ ਦਇਆਲੂ ਕਿਰਪਾਲੂ ਕੋਈ ਨਹੀਂ ਆ। ਆਪ ਪਤਿਆਰ ਕਿਆ ਕੀਜੈ, ਨਿਰਣਾ ਕਰਨ ਵਾਲੀ ਗੱਲ ਕੋਈ ਰਹਿ ਹੀ ਨਹੀਂ ਗਈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਆਪਣੇ ਸੇਵਕ ਨੂੰ ਪੂਰਨ ਵਿਸ਼ਵਾਸ ਬਖਸ਼ਿਸ਼ ਕਰੋ। ਹਉ ਬਲਬਲ ਜਾਉ ਰਾ ਮਈਆ ਕਾਰਨੇ, ਕਾਰਨ ਕਬਨਿਆ ਬੋਲ। ਮੈਂ ਤੇਰੇ ਨਾਮ ਤੋਂ ਬਲਿਹਾਰ ਜਾਣਾ, ਮੇਰੇ ਤੋਂ ਭੁੱਲ ਕੀ ਹੋਈ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਆ। ਫੇਰ ਅਰਦਾਸ ਕਰਦੇ ਨੇ, ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਿਨ੍ਹਾਂ ਨੂੰ ਇਹ ਆਤਮ ਗਿਆਨ ਦੀ ਸੋਝੀ ਹੋਏ, ਇਉਂ ਮਾਲਕ ਦੇ ਅੱਗੇ ਤਰਲਾ ਪਾਉਂਦੇ ਆ। ਤੋ ਅਸਲੀ ਆਨੰਦ ਹੈ ਉਸ ਅਕਥ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ। ਅੱਗੇ 10ਵੀਂ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ, ਇਹ ਜਿਹੜਾ ਸਾਡਾ ਚੰਚਲ ਮਨ ਆ, ਇਹਨੂੰ ਸੰਬੋਧਨ ਕਰਦਿਆਂ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਮਨ ਚੰਚੁਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੇ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਬਟਹੁ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ
ਚਤੁਰਾਈ ਕਿਨੈ ਨਾ ਪਾਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਆਪਣੇ ਮਨ ਨੂੰ ਸੰਬੋਧਨ ਕਰਦੇ ਆ। ਹੈ ਸਾਡੇ ਸਾਰਿਆਂ ਦੇ ਵਾਸਤੇ ਆ, ਸਮੁੱਚੇ ਸੰਸਾਰ ਦੇ ਜੀਵਾਂ ਦੇ ਵਾਸਤੇ ਆ ਕਿ ਇਹ ਜਿਹੜਾ ਚੰਚਲ ਮਨ ਆ, ਇਹ ਚਲਾਕੀਆਂ ਦੇ ਨਾਲ ਕਿਸੇ ਨੇ ਵੀ ਆਤਮਿਕ ਆਨੰਦ ਹਾਸਲ ਨਹੀਂ ਕੀਤਾ। ਹੇ ਮੇਰੇ ਮਨ, ਤੂੰ ਧਿਆਨ ਨਾਲ ਸੁਣ ਲੈ, ਕਿਸੇ ਜੀਵ ਨੇ ਵੀ ਚਤੁਰਾਈ ਨਾਲ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਨਹੀਂ ਕੀਤਾ। ਅੰਦਰੋਂ ਮੋਹਣੀ ਮਾਇਆ ਵਿੱਚ ਵੀ ਫਸਿਆ ਰਹੇ ਤੇ ਬਾਹਰੋਂ ਨਿਰੀਆਂ ਗੱਲਾਂ ਦੇ ਨਾਲ ਆਤਮਿਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ। ਭਗਤ ਕਬੀਰ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ, ਚਤੁਰਾਈ ਨਾ ਚਤੁਰਭੁਜ ਪਾਈਐ। ਚਲਾਕੀਆਂ ਕੀਤਿਆਂ ਚਤੁਰਭੁਜ ਉਹ ਪਰਮਾਤਮਾ ਜਿਹੜਾ ਬਹੁਤ ਸਿਆਣਾ, ਜਿਸ ਦੀਆਂ ਕਈ ਬਾਵਾਂ ਨੇ, ਵੱਡੇ ਵੱਡੇ ਬਲ ਵਾਲਾ, ਚਲਾਕੀਆਂ ਦੇ ਨਾਲ ਉਹਨੂੰ ਕੋਈ ਨਹੀਂ ਪਾ ਸਕਦਾ। ਉਹਨੂੰ ਤੇ ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਾਵ ਵਿੱਚ ਰਹਿ ਕੇ ਉੱਥੇ ਕੋਈ ਕਿਸੇ ਕਿਸਮ ਦੀਆਂ ਬਣਾਉਟੀ ਗੱਲਾਂ ਨਹੀਂ। ਜਿਹੜਾ ਮਨੁੱਖ ਮਾਈ ਭਾਈ ਸੱਚੇ ਦਿਲੋਂ ਪਰਮਾਤਮਾ ਨਾਲ ਜੁੜਦਾ, ਵਾਹਿਗੁਰੂ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਉਹ ਪ੍ਰਵਾਨ ਹੁੰਦਾ ਹੈ। ਉੱਥੇ ਕੋਈ ਚਤੁਰਾਈ ਨਹੀਂ ਚੱਲਦੀ, ਕੋਈ ਚਲਾਕੀ ਨਹੀਂ ਚੱਲਦੀ, ਕੋਈ ਹੇਰਾ ਫੇਰੀ ਨਹੀਂ ਚੱਲਦੀ, ਇਹੋ ਜਿਹੀਆਂ ਗੱਲਾਂ ਨਹੀਂ ਚੱਲਦੀਆਂ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿਟਵੀਆਂ। ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਰੀਸ ਉਹਨਾਂ ਦੀ ਕਰਦੇ ਆ ਜਿਹੜੇ ਪਰਮਾਤਮਾ ਦੇ ਹਜ਼ੂਰ ਸਤਸੰਗੀ ਮਾਈ ਭਾਈ ਆ। ਗੱਲਾਂ ਦੇ ਨਾਲ ਕਈ ਮਨੁੱਖ ਬਹੁਤ ਚਲਾਕ ਬਣਨਗੇ ਵੀ ਮੈਂ ਬੜੀ ਸੇਵਾ ਕਰਦਾ, ਸਵਖਤੇ ਉੱਠਦਾ, ਇੰਨੀ ਬਾਣੀ ਪੜ੍ਹਦਾ, ਆਪਣੇ ਆਪ ਹੀ ਆਪਣੇ ਆਪ ਦੀ ਸੋਭਾ ਵਡਿਆਈ ਕਰੀ ਜਾਣਗੇ। ਲੋਕ ਚੰਗਾ ਆਖਣ, ਅੰਦਰੋਂ ਹਉਮੈ ਬੋਲਦੀ ਹੈ ਵੀ ਇਸ ਬੰਦੇ ਅੰਦਰ ਬੜੀ ਹਉਮੈ ਹੈ, ਮੈਂ ਝਾੜੂ ਦੀ ਸੇਵਾ ਕਰਦਾ। ਬੜੀ ਚੰਗੀ ਗੱਲ, ਇਹ ਸੇਵਾ ਕਰਨੀ ਚਾਹੀਦੀ ਹੈ। ਭਾਗਾਂ ਵਾਲੇ ਉਹ ਜੀਵ ਜਿਹੜੇ ਗੁਰੂ ਘਰ ਜਾਂਦੇ ਆ, ਸੇਵਾ ਕਰਦੇ ਆ, ਸਿਮਰਨ ਦੇ ਨਾਲ ਜੁੜਦੇ ਆ। ਪਰ ਮਹਾਰਾਜ ਨਾਲ ਸਾਨੂੰ ਖਬਰਦਾਰ ਵੀ ਕਰਦੇ ਆ ਵੀ ਚਲਾਕੀਆਂ ਤੇ ਚਤੁਰਾਈਆਂ ਤੋਂ ਬਚਣਾ। ਹੀ ਕਹਿਣਾ ਵੀ ਗੁਰੂ ਸਾਹਿਬ ਜੀ ਨੇ ਆਪ ਸੇਵਾ ਕਰਵਾਈ, ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਰਹਿਮਤ ਕੀਤੇ, ਮਾਲਕ ਨੇ ਆਪ ਇਹ ਸੇਵਾ ਸਿਮਰਨ ਕਰਵਾਇਆ। ਜਦੋਂ ਸਤਿਗੁਰੂ ਨੂੰ ਹਮੇਸ਼ਾ ਅੱਗੇ ਰੱਖਾਂਗੇ, ਫਿਰ ਗੁਰੂ ਸਾਹਿਬ ਜੀ ਚਤੁਰਾਈ ਤੇ ਚਲਾਕੀਆਂ ਤੋਂ ਸਾਨੂੰ ਬਚਾ ਲੈਣਗੇ। ਤੂੰ ਮਹਾਰਾਜ ਇੱਥੇ ਬਚਨ ਕਰਦੇ ਨੇ, ਵੇਖ ਭਾਈ, ਚਤੁਰਾਈ ਤੇ ਚਲਾਕੀ ਦੇ ਨਾਲ ਕੋਈ ਰੱਬ ਨੂੰ ਪਾ ਨਹੀਂ ਸਕਦਾ। ਚਤੁਰਾਈਆਂ ਕੀਤੀਆਂ ਸਨ ਰਾਜੇ ਭੀਮ ਚੰਦ ਵਰਗਿਆਂ ਨੇ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਪਣੇ ਪੁੱਤਰ ਦੇ ਵਿਆਹ ਦਾ ਬਹਾਨਾ ਬਣਾਇਆ, ਅਜਮੇਰ ਚੰਦ ਦਾ, ਵੀ ਸਾਨੂੰ ਇਹ ਹਾਥੀ ਦੇ ਦਿਓ ਤੇ ਸਾਨੂੰ ਹੋਰ ਜਿਹੜੇ ਕੀਮਤੀ ਚਾਂਦਨੀ ਉਹ ਦੇ ਦਿਓ, ਵਿਆਹ ਤੋਂ ਬਾਅਦ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ। ਦਸ਼ਮੇਸ਼ ਪਾਤਸ਼ਾਹ ਜੀ ਸਮਝ ਗਏ ਇਹ ਲੋਕ ਚਤੁਰਾਈਆਂ ਕਰਦੇ ਆ, ਝੂਠ ਬੋਲਦੇ ਆ। ਉਹਨੇ ਇੱਥੋਂ ਤੱਕ ਆਖਿਆ ਸੀ, ਤੁਸੀਂ ਸਾਡੀ ਰਿਆਸਤ ਵਿੱਚ ਵਸਦੇ ਜੇ। ਮਹਾਰਾਜ ਜੀ ਨੇ ਆਖਿਆ, ਅਸੀਂ ਰਿਆਸਤ ਅਕਾਲ ਪੁਰਖ ਦੀ ਵਿੱਚ ਵਸਦੇ ਹਾਂ, ਕਿਸੇ ਰਾਜੇ ਦੀ ਰਿਆਸਤ ਵਿੱਚ, ਪਹਾੜੀ ਰਾਜਾਂ ਦੀ ਰਿਆਸਤ ਵਿੱਚ ਅਸੀਂ ਨਹੀਂ ਵਸਦੇ। ਐ ਭੀਮ ਚੰਦਾ, ਤੂੰ ਚਤੁਰਾਈਆਂ ਤੇ ਚਲਾਕੀਆਂ ਕਰਦਾ। ਇੱਧਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ, ਜੇ ਨਿਮਰਤਾ ਸਾਦਗੀ ਰੱਖੇਗਾ ਫਿਰ ਤਾਂ ਠੀਕ ਆ। ਚਤੁਰਾਈ ਤੇ ਚਲਾਕੀ ਵਾਲਾ ਬੰਦਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਕਦੇ ਵੀ ਪ੍ਰਵਾਨ ਨਹੀਂ। ਤੋ ਉਸ ਵੇਲੇ ਰਾਜਾ ਭੀਮ ਚੰਦ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਖਾਰ ਖਾਂਦਾ, ਫਿਰ ਪਾਤਸ਼ਾਹ ਜੀ ਦੇ ਕੋਲੋਂ ਲੰਘਣ ਤੋਂ ਵੀ ਡਰਦਾ ਸੀ। ਜਦੋਂ ਉਹਦੇ ਪੁੱਤਰ ਦਾ ਵਿਆਹ ਸੀ ਅਜਮੇਰ ਚੰਦ ਦਾ, ਮਹਾਰਾਜ ਜੀ ਨੇ ਆਖਿਆ, ਬਾਕੀ ਬਰਾਤ ਨੂੰ ਅਸੀਂ ਕੁਛ ਨਹੀਂ ਕਹਿੰਦੇ, ਚਲਾਕੀ ਕਰਨ ਵਾਲਾ ਬੰਦਾ ਸਾਡੇ ਪਾਸੋਂ ਵੀ ਨਹੀਂ ਲੰਘ ਸਕਦਾ। ਰਾਜਾ ਭੀਮ ਚੰਦ ਡਰਦਾ ਹੋਇਆ
ਗੁਰੂ ਸਾਹਿਬ ਜੀ ਦੇ ਪਾਸ ਜਾਣ ਤੋਂ ਵੀ ਝਿਜਕਦਾ ਸੀ। ਤੋ ਚਤਰਾਈ ਚਲਾਕੀ ਵਾਲਾ ਬੰਦਾ ਕਦੇ ਵੀ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ, ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ। ਸੰਗਤ ਸਾਰਾ ਕੁਝ ਸਮਝ ਜਾਂਦੀ ਆ। ਤੋ ਇੱਥੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਇਹੀ ਬਚਨ ਕੀਤਾ ਹੈ, ਹੇ ਮੇਰੇ ਮਨਾ, ਮਨ ਵਿੱਚ ਕਿਤੇ ਭੁਲੇਖਾ ਨਾ ਰੱਖੀ ਵੀ ਅੰਦਰ ਕੁਝ ਤੇ ਬਾਹਰੋਂ ਦੁਨੀਆ ਨੂੰ ਵਿਖਾਉਣ ਵਾਸਤੇ ਮੁਖ ਤੋਂ ਮੈਂ ਗੁਰੂ ਗੁਰੂ ਜਪੀ ਜਾਵਾਂ। ਲੋਕ ਕਹਿਣ ਵੀ ਬੱਲੇ ਬੱਲੇ, ਬੰਦਾ ਬੜਾ ਭਗਤ ਆ, ਇਹ ਬੜਾ ਸੰਤ ਆ, ਬੜਾ ਗਿਆਨੀ ਆ, ਬੜਾ ਵਿਦਵਾਨ। ਸਤਿਗੁਰੂ ਜੀ ਸਾਰਾ ਕੁਝ ਜਾਣਦੇ ਆ। ਮਹਾਰਾਜ ਹਰ ਪੱਖ ਤੋਂ ਸੰਪੂਰਨ ਆ, ਸਾਡੇ ਦਿਲਾਂ ਦੀ ਗੱਲ ਜਾਣਨ ਵਾਲੇ ਆ। ਤੋ ਇਹ ਚਤੁਰਾਈ ਚਲਾਕੀਆਂ ਗੁਰੂ ਘਰ ਵਿੱਚ ਨਹੀਂ ਚੱਲਦੀਆਂ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਆਖਿਆ ਸੀ, ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਬਨਾਰਸ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਭੇਸ ਇਹੋ ਜਿਹੇ ਸਨ, ਉਹਨਾਂ ਨੇ ਗਲ ਵਿੱਚ ਮਾਲਾ ਵੀ ਪਾਈਆਂ ਸਨ ਔਰ ਇਸੇ ਤਰ੍ਹਾਂ ਲਿਬਾਸ ਚੋਲੇ ਪਾਏ ਸਨ। ਲੋਕ ਕਹਿੰਦੇ ਸਨ ਬੜੇ ਸਿਆਣੇ ਸੰਤ ਆ, ਪਰ ਕਬੀਰ ਸਾਹਿਬ ਜੀ ਨੇ ਵੇਖਿਆ ਇਹ ਚਲਾਕੀ ਕਰ ਰਹੇ ਆ, ਇਹ ਠੱਗੀ ਮਾਰ ਰਹੇ ਆ ਧਰਮ ਦੇ ਨਾਂ ਉੱਤੇ। ਫਿਰ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਵੀ ਇਹ ਗੱਲ ਆਖੀ ਬਨਾਰਸ ਦੇ ਪਾਂਡਿਆਂ ਨੂੰ। ਅੱਜ ਮਹਾਰਾਜ ਜੀ ਨੇ ਇਹ ਗੱਲ ਸਾਨੂੰ ਵੀ ਆਖੀ ਆ, ਕੇਵਲ ਬਨਾਰਸ ਦੇ ਪਾਂਡਿਆਂ ਨੂੰ ਹੀ ਨਹੀਂ, ਹਰੇਕ ਮਾਈ ਭਾਈ ਗੁਰੂ ਕੇ ਸਿੱਖ ਨੂੰ ਉਹਨਾਂ ਦਾ ਉਪਦੇਸ਼ ਆ। ਕਬੀਰ ਸਾਹਿਬ ਜੀ ਦਾ ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਅੰਧਾ। ਜੇ ਸੰਸਾਰ ਵਿੱਚ ਉਪਦੇਸ਼ ਹੀ ਕਰਦਾ ਹੈ, ਆਪਣੇ ਆਪ ਨੂੰ ਗਿਆਨੀ ਧਿਆਨੀ ਅਖਵਾਉਂਦਾ ਹੈ ਤੇ ਆਪ ਰੱਬ ਦਾ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਨੇ ਇੱਕ ਧੰਦਾ ਹੀ ਆ, ਕਰਮ ਕਾਂਡ ਹੀ ਆ, ਇੱਕ ਵਿਖਾਵਾ ਹੀ ਆ, ਐਵੇਂ ਚਤੁਰਾਈ ਚਲਾਕੀ ਆ, ਬਸ ਬਗਲਿਆਂ ਵਾਲਾ ਵੇਸ਼ ਆ, ਹੰਸ ਬਿਰਤੀ ਅੰਦਰ ਨਹੀਂ। ਸੋ ਗੁਰੂ ਸਾਹਿਬ ਜੀ ਨੇ ਇਹ ਚਲਾਕੀ ਤੋਂ ਸਾਨੂੰ ਖਬਰਦਾਰ ਕੀਤਾ ਕਿ ਭਾਈ ਗੁਰੂ ਘਰ ਵਿੱਚ ਵੀ ਸਮਾਜ ਵਿੱਚ ਵੀ ਕਿਤੇ ਵੀ ਚਤੁਰਾਈ ਵਾਲਾ ਬੰਦਾ ਪ੍ਰਵਾਨ ਨਹੀਂ ਹੁੰਦਾ। ਲੋਕ ਉਹਨੂੰ ਚੰਗਾ ਨਹੀਂ ਸਮਝਦੇ। ਜਿਹੜਾ ਬੰਦਾ ਬਹੁਤਾ ਚਲਾਕ ਬਣੇ, ਇਹ ਮਨ ਚੰਚਲਾ ਚਤੁਰਾਈ ਕਰੇ ਨਾ ਪਾਇਆ। ਚਤੁਰਾਈਆਂ ਚਲਾਕੀਆਂ ਦੇ ਨਾਲ ਰੱਬ ਨੂੰ ਕਿਸੇ ਨਹੀਂ ਪਾਇਆ। ਜਿੰਨਾ ਆਪਾਂ ਇਤਿਹਾਸ ਪੜ੍ਹ ਕੇ ਵੇਖੀਏ ਭਗਤਾਂ ਦਾ ਜੀਵਨ, ਕਿਸੇ ਕੋਈ ਚਲਾਕੀ ਨਹੀਂ ਕੀਤੀ, ਅੰਦਰੋਂ ਅਕਾਲ ਪੁਰਖ ਦਾ ਉਹਨਾਂ ਨੇ ਸਿਮਰਨ ਕੀਤਾ। ਰਾਜਿਆਂ ਦੇ ਨਾਮ ਖਤਮ ਹੋ ਗਏ, ਉਹਨਾਂ ਭਗਤਾਂ ਦੀ ਅੱਜ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਆ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨਾ, ਤੂੰ ਇਸ ਗੱਲ ਨੂੰ ਸੁਣ, ਕਿਸੇ ਨੇ ਵੀ ਚਤੁਰਾਈ ਦੇ ਨਾਲ ਨਹੀਂ ਪਾਇਆ। ਇਹ ਮਾਇਆ ਮੋਹਣੀ ਮਨ ਨੂੰ ਮੋਹ ਲੈਂਦੀ ਹੈ, ਇਹ ਸੰਸਾਰ ਦੀ ਮਾਇਆ। ਜਿਨ ਏਤ ਭਰਮ ਭੁਲਾਇਆ, ਇਹਨੇ ਸਾਰੇ ਸੰਸਾਰ ਨੂੰ ਭਰਮਾਂ ਤੇ ਭੁਲੇਖਿਆਂ ਵਿੱਚ ਪਾਇਆ ਹੋਇਆ। ਫਿਰ ਕਹਿੰਦੇ ਨੇ ਮਾਇਆ ਤਾਂ ਮੋਹਣੀ ਤਿਨੈ ਕੀਤੇ, ਜਿਨ ਠਗੌਲੀ ਪਾਈ ਆ। ਜਿਸ ਮਾਲਕ ਨੇ ਇਹ ਸੰਸਾਰ ਨੂੰ ਠਗੌਲੀ ਵਿੱਚ ਪਾਇਆ, ਮੋਹ ਦੀ ਠਗੌਲੀ ਲਗਾਈ ਵੀ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਆ। ਹਰ ਠੱਗ ਜਾਕੋ ਠਗੌਰੀ ਲਾਈ, ਉਹ ਪਰਮਾਤਮਾ ਵੀ ਇੰਨਾ ਵੱਡਾ ਠੱਗਿਆ ਵੀ ਸਾਰੇ ਸੰਸਾਰ ਨੂੰ ਮੋਹ ਦੀ ਠਗੌਰੀ ਲਾਈ ਹੈ। ਸੰਸਾਰ ਦੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਪਾਇਆ। ਤੋ ਫਿਰ ਬਚਨ ਕਰਦੇ ਨੇ, ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮਿੱਠਾ ਲਾਇਆ। ਮੈਂ ਉਸ ਰੱਬ ਤੋਂ ਬਲਿਹਾਰ ਜਾਣਾ ਜਿਸ ਨੇ ਸੰਸਾਰ ਨੂੰ ਇਹ ਜਿਹੇ ਮੋਹ ਵਿੱਚ ਪਾਇਆ ਹੈ। ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਫਿਰ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਆਣ ਕੇ ਪੌੜੀ ਦੀ ਸਮਾਪਤੀ ਕਰਦੇ ਆ। ਵੇਖ ਚੰਚਲ ਮਨਾ, ਰੱਬ ਦੇ ਨਾਲ ਚਲਾਕੀਆਂ ਨਹੀਂ ਚੱਲਦੀਆਂ। ਦੁਨੀਆ ਦੇ ਵਿੱਚ ਕਦੇ ਕਦੇ ਚੱਲ ਜਾਂਦੀਆਂ ਨੇ, ਲੋਕ ਠੱਗੇ ਜਾਂਦੇ ਆ, ਪਰ ਜਿਹੜਾ ਰੱਬ ਦਾ ਘਰ ਆ ਉਹ ਪਰਮਾਤਮਾ ਅੰਤਰਜਾਮੀ ਆ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ। ਇਹ 10 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਵਿਚਾਰੀਆਂ ਨੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ 11ਵੀਂ ਪੌੜੀ ਅਗਲੇ ਹਫ਼ਤੇ ਜਿਵੇਂ ਗੁਰੂ ਸਾਹਿਬ ਜੀ ਸੇਵਾ ਲੈਣਗੇ
ਤਿਵੇਂ ਹੀ ਆਪ ਗੁਰੂ ਕੀ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਹੋਈਆਂ ਭੁੱਲਾਂ ਤੋਂ ਖਿਮਾ ਕਰਨਾ। ਧੰਨ ਸ੍ਰੀ ਗੁਰੂ ਗੋਬਿੰਦ